ਜੀ ਤੁਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਨਾਮ ਤੋਂ ਚੰਗੀ ਤਰ੍ਹਾਂ ਵਾਕਫ ਹੋ। ਭਾਈ ਰਣਧੀਰ ਸਿੰਘ ਹੋਰੀ ਜਿਨ੍ਹਾਂ ਨੇ ਜੇਲ੍ਹਾਂ ਬਹੁਤ ਕੱਟੀਆਂ ਅੰਗਰੇਜ਼ ਰਾਜ ਦੇ ਸਮੇਂ, ਉਹਨਾਂ ਦੀ ਜਿਹੜੀ ਲੇਖਣੀ ਹੈ ਅਣਡਿੱਠੀ ਦੁਨੀਆ, ਉਹਦੇ ਵਿੱਚ ਇੱਕ ਗਾਥਾ ਦਾ ਜ਼ਿਕਰ ਆਉਂਦਾ ਸ੍ਰੀ ਅਖੰਡ ਪਾਠ ਸਾਹਿਬ ਦੇ ਬਾਬਤ। ਅਣਡਿੱਠੀ ਦੁਨੀਆ ਦੇ ਵਿੱਚ ਇਹ ਗਾਥਾ ਲਿਖੀ ਹੋਈ ਹੈ ਕਿ ਸਾਧ ਸੰਗਤ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੇ ਕਰਕੇ, ਅਖੰਡ ਪਾਠ ਸਾਹਿਬ ਦੀ ਸ਼ਕਤੀ ਦੇ ਸਦਕਾ, ਅਖੰਡ ਪਾਠ ਸਾਹਿਬ ਦੀ ਕਲਾ ਵਰਤੀ ਇੱਕ ਪ੍ਰੇਤ ਦਾ ਉਧਾਰ ਹੋਇਆ। ਇਹ ਸਾਧ ਸੰਗਤ ਇੱਕ ਵੱਖਰੀ ਦੁਨੀਆ ਹੈ, ਪ੍ਰੇਤਾਂ ਦੀ, ਭੂਤਾਂ ਦੀ। ਇਹਦੇ ਵਿੱਚ ਹੋਰ ਬਹੁਤ ਇਸ ਤਰ੍ਹਾਂ ਦੇ ਅਵਗਤ ਰੂਹਾਂ ਜਿਨ੍ਹਾਂ ਦਾ ਉਧਾਰ ਨਹੀਂ ਹੁੰਦਾ, ਉਹ ਆ ਜਾਂਦੀਆਂ ਨੇ। ਜਿਵੇਂ ਮਹਾਰਾਜ ਸਾਹਿਬ ਨੇ ਬਾਣੀ 'ਚ ਜ਼ਿਕਰ ਕੀਤਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਾਧ ਸੰਗਤ ਜੀ ਲਿਖਿਆ ਅਣਡਿੱਠੀ ਦੁਨੀਆ ਦੇ ਵਿੱਚ ਕਿ ਜਦੋਂ ਇੱਕ ਜਥਾ, ਪ੍ਰਸਿੱਧ ਅਖੰਡ ਪਾਠੀ ਤੇ ਕੀਰਤਨੀ ਜਥਾ, ਇਹ ਕੋਈ 30 ਤੋਂ ਲੈ ਕੇ 35 ਜਾਣੇ ਬਿਹੰਗਮੀ ਬਬੇਕੀ ਸਿੰਘ ਸ਼੍ਰੀ ਹਜ਼ੂਰ ਸਾਹਿਬ ਦਰਸ਼ਨਾਂ ਦੇ ਵਾਸਤੇ, ਅਬਚਲ ਨਗਰ ਦੇ ਦਿਦਾਰੇ ਪਾਉਣ ਵਾਸਤੇ ਪੈਦਲ ਮਾਰਚ ਉਹਨਾਂ ਨੇ ਸ਼ੁਰੂ ਕੀਤਾ, ਪੈਦਲ ਯਾਤਰਾ ਕੀਤੀ। ਤੇ ਉਹਨਾਂ ਨੇ ਇਹ ਵਿਉਂਤ ਬਣਾਈ ਕਿ ਇਹ ਜਿਹੜਾ ਦੌਰਾ ਆਪਾਂ ਆਰੰਭ ਕੀਤਾ ਹੈ, ਇਹ ਇਸ ਤਰ੍ਹਾਂ ਨਾਲ ਤੈਅ ਕਰਨਾ ਹੈ ਵੀ ਜਿਹੜੇ ਰਾਹਾਂ ਤੋਂ ਦਸ਼ਮੇਸ਼ ਪਿਤਾ ਜੀ ਵਿਚਰਦੇ ਹੋਏ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਗਏ ਸਨ, ਉਹਨਾਂ ਰਾਹਾਂ ਤੋਂ ਹੀ ਚੱਲਦਿਆਂ ਹੋਇਆਂ ਪੈਦਲ ਜਥਾ ਆਨੰਦ ਮਾਣਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ, ਰਸਤੇ ਵਿੱਚ ਪੜਾਅ ਦਰ ਪੜਾਅ ਰੁਕਦਿਆਂ ਹੋਇਆਂ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਜਾਏਗਾ। ਇਹ ਉਹਨਾਂ ਦ੍ਰਿੜ ਸੰਕਲਪ ਕੀਤਾ। ਸਾਧ ਸੰਗਤ ਇਸ ਤਰ੍ਹਾਂ ਚੱਲਦਿਆਂ ਯਾਤਰਾ ਦੇ ਦੌਰਾਨ ਇੱਕ ਪੁਰਾਣਾ ਕਸਬਾ ਆਇਆ। ਉੱਥੇ ਜਦੋਂ ਕਸਬੇ ਦੇ ਵਿੱਚ ਪਹੁੰਚੇ ਤੇ ਰਾਤ ਹੋ ਗਈ। ਰਾਤ ਪੈਣ ਲੱਗੀ, ਰਹਿ ਰਾਸ ਦੇ ਪਾਠ ਦਾ ਸਮਾਂ ਹੋ ਗਿਆ। ਇਸ ਕਰਕੇ ਜਥੇ ਨੇ ਰਹਿਣ ਬਸੇਰਾ ਉੱਥੇ ਹੀ ਕਰਨ ਦਾ ਮਨ ਬਣਾਇਆ। ਵਾਹਿਗੁਰੂ ਵੱਲੋਂ ਵਿਧ ਬਣਦੀ ਹੈ ਅਸਲ ਵਿੱਚ। ਜਦੋਂ ਕੋਈ ਕਾਰਜ ਹੋਣਾ ਹੁੰਦਾ ਹੈ ਨਾ, ਕੋਈ ਸਾਧ ਸੰਗਤ ਕੰਮ ਹੋਣਾ ਹੁੰਦਾ, ਵਾਹਿਗੁਰੂ ਵਿਧ ਬਣਾਉਂਦਾ ਹੈ। ਵੇਖੋ, ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਜੋ ਭਲਾ ਹੁੰਦਾ ਹੈ ਉਹ ਵਾਹਿਗੁਰੂ ਭਲੇ ਲੋਕਾਂ ਤੋਂ ਕਰਾਉਂਦਾ ਹੈ, ਉਹਨਾਂ ਦੇ ਸਿਰ ਤੇ ਭਲਾਈ ਦਾ ਤਾਜ ਵੱਜਦਾ ਹੈ। ਤੇ ਸਾਧ ਸੰਗਤ ਹੈ ਜੋ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਕਿਸੇ ਤੋਂ ਵਾਹਿਗੁਰੂ ਬਰਿਆਈ ਕਰਾਉਂਦਾ, ਉਹਦੇ ਸਾਧ ਸੰਗਤ ਬਰਿਆਈ ਹੋਣ ਕਰਕੇ ਉਹਦੇ ਜ਼ਰੀਏ ਦੁਨੀਆ ਵਿੱਚ ਉਹਦੀ ਤੋਏ ਹੁੰਦੀ ਹੈ, ਬਦਨਾਮੀ ਹੁੰਦੀ ਹੈ। ਹੁਕਮ ਹੈ ਨਾ ਵਾਹਿਗੁਰੂ ਪਰਮਾਤਮਾ ਦਾ, ਕਿਉਂਕਿ ਸਾਹਿਬ ਬਾਣੀ 'ਚ ਕਹਿੰਦੇ ਸਭ ਕੁਝ ਹੁਕਮ ਦੇ ਅੰਦਰ ਹੈ। ਇਸ ਤਰ੍ਹਾਂ ਗੁਰਮੁਖ ਹਮੇਸ਼ਾ ਭਲਾਈ ਕਰਦੇ, ਵਾਹਿਗੁਰੂ ਉਹਨਾਂ ਤੋਂ ਭਲਾਈ ਕਰਾਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ। ਸਾਧ ਸੰਗਤ ਰਹਿਣ ਬਸੇਰਾ ਉਹਨਾਂ ਨੇ ਕਰਨ ਵਾਸਤੇ ਜਿਹੜੇ ਕਸਬੇ ਦੇ ਲੋਕ ਸਨ, ਉੱਥੇ ਲਿਖਿਆ ਅਨਮਤੀ ਲੋਕ ਸਨ। ਉਹਨਾਂ ਤੋਂ ਪੁੱਛਿਆ ਕਿ ਸਾਨੂੰ ਰਾਤ ਟਿਕਾਣੇ ਵਾਸਤੇ ਕੋਈ ਜਗ੍ਹਾ ਮਿਲ ਜਾਏ। ਉਹਨਾਂ ਨੇ ਸ਼ਰਾਰਤ ਕੀਤੀ, ਮਾਫ ਕਰਨਾ, ਤੇ ਇੱਕ ਮਕਾਨ ਦੱਸਿਆ ਜਿੱਥੇ ਕਦੇ ਕੋਈ ਮੁਸਾਫਰ ਜਾਂ ਕਦੇ ਕੋਈ ਕਿਰਾਏਦਾਰ ਨਹੀਂ ਸੀ ਰੁਕਿਆ। ਉਹਨਾਂ ਨੇ ਆਖਿਆ ਤੁਸੀਂ ਉੱਥੇ ਰਾਤ ਕੱਟ ਲਓ। ਪੱਕਾ ਮਕਾਨ ਸੀ ਤੇ ਜਿਹਦੇ ਵਿੱਚ ਸਾਧ ਸੰਗਤ ਇੱਕ ਪ੍ਰੇਤ ਦਾ ਹੋਣਾ ਮਸ਼ਹੂਰ ਸੀ, ਕਿਉਂਕਿ ਪੁਰਾਣੇ ਸਮੇਂ ਵਿੱਚ ਪੱਕੇ ਮਕਾਨ ਨਹੀਂ ਸਨ ਹੁੰਦੇ, ਜ਼ਿਆਦਾਤਰ ਕੱਚੇ ਮਕਾਨ ਹੁੰਦੇ ਸਨ। ਖੈਰ, ਸਿੰਘਾਂ ਨੇ ਵਾਸਾ ਕੀਤਾ ਉਹਦੇ ਵਿੱਚ। ਤੇ ਸਾਧ ਸੰਗਤ ਵੇਖਿਆ ਵੀ ਮਕਾਨ ਬੜਾ ਪੁਰਾਣਾ ਬਣਿਆ ਹੋਇਆ ਹੈ। ਰਿਹਾਇਸ਼ੀ ਕਮਰੇ ਉਹਦੇ ਵਿੱਚ ਬਹੁਤ ਸਨ, ਪਰ ਉਹ ਬਹੁਤ ਕੁਥਰਾ ਸੀ, ਬੜਾ ਗੰਦਾ ਸੀ। ਰਹਿਣ ਬਸੇਰਾ ਤੇ ਕਰਨਾ ਹੀ ਸੀ, ਰਾਤ ਤੇ ਕੱਟਣੀ ਸੀ ਨਾ। ਇਸ ਕਰਕੇ 30-35 ਸਿੰਘਾਂ ਦਾ ਜਿਹੜਾ ਜਥਾ ਸੀ, ਉਹਨਾਂ ਨੇ ਹੱਥੋਂ ਹੱਥੀ ਰਹਿਣ ਬਸੇਰੇ ਦੇ ਵਾਸਤੇ ਜਿਹੜੀ ਜਗ੍ਹਾ ਸੀ ਉਹਨੂੰ ਸਾਫ਼ ਕੀਤਾ, ਕਮਰਿਆਂ ਨੂੰ ਸਾਫ਼ ਕੀਤਾ। ਇੱਕ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਕਰ ਦਿੱਤਾ। ਚੰਗੀ ਤਰ੍ਹਾਂ ਸਫਾਈ ਕਰਕੇ
ਜਦੋਂ ਗੁਰਦੇਵ ਜੀ ਨੂੰ ਬਿਰਾਜਮਾਨ ਕੀਤਾ ਤੇ ਉਸ ਕਮਰੇ ਦੇ ਵਿੱਚ ਫਿਰ ਸਾਧ ਸੰਗਤ ਸੋਦਰ ਦੀ ਚੌਂਕੀ ਲਾਈ, ਉੱਥੇ ਭਜਨ ਕੀਤਾ, ਕੀਰਤਨ ਕੀਤਾ। ਮਹਾਰਾਜ ਦੀ ਕਿਰਪਾ ਹੋ ਗਈ, ਕਿਉਂਕਿ ਜਿੱਥੇ ਸਾਹਿਬ ਦੇ ਚਰਨ ਪੈਣ ਨਾ, ਜਿਹੜੀ ਜਗ੍ਹਾ ਬਾਣੀ ਪੜ੍ਹੀ ਜਾਏ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਸਾਧ ਸੰਗਤ ਫਿਰ ਉਸ ਤੋਂ ਬਾਅਦ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸਿੰਘ ਬਿਰਾਜਮਾਨ ਹੋ ਗਏ। ਤੇ ਜਿਹੜਾ ਇਹਨਾਂ ਦੇ ਵਿੱਚੋਂ ਜਥੇਦਾਰ ਸੀ, ਸਾਰੇ ਸਿੰਘਾਂ ਦਾ ਜਥੇਦਾਰ ਸਿੰਘ, ਉਹ ਇਕੱਲਾ ਹੀ ਗੁਰੂ ਸਾਹਿਬ ਵਾਲੇ ਕਮਰੇ ਦੇ ਵਿੱਚ ਰਹਿ ਗਿਆ। ਇਹ ਸਿਆਲ ਦੀ ਰੁੱਤ ਸੀ, ਠੰਡ ਦਾ ਸਮਾਂ ਸੀ, ਇਸ ਕਰਕੇ ਦਰਵਾਜ਼ੇ ਬੰਦ ਕਰਕੇ ਹੀ ਸੌਣਾ ਸੀ। ਜਥੇਦਾਰ ਸਿੰਘ ਜਿਹੜਾ ਸੀ, ਉਹਨੇ ਰਾਤ ਦੇ ਸਮੇਂ ਇਕਾਂਤ ਵਿੱਚ ਭਜਨ ਦਾ ਆਨੰਦ ਲੈਣਾ ਚਾਹਿਆ। ਉਹਨੇ ਵੀ ਕਮਰਾ ਅੰਦਰੋਂ ਬੰਦ ਕਰ ਲਿਆ, ਦਰਵਾਜ਼ਾ ਬੰਦ ਕਰ ਲਿਆ ਤੇ ਬੂਹਾ ਬੰਦ ਕਰਕੇ ਸੋਹਲਾ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕਰਨ ਉਪਰੰਤ ਉਹ ਆਨੰਦ ਦੇ ਵਿੱਚ ਆਨੰਦ ਲੈਣ ਲਈ ਅਭਿਆਸ ਵਿੱਚ ਜੁਟ ਗਿਆ। ਰਾਤ ਬੜੀ ਬੀਤ ਚੁੱਕੀ ਸੀ, ਸਾਰੇ ਥਾਂ ਥਾਈਂ ਸੁੱਤੇ ਪਏ ਸਨ ਤੇ ਸਾਧ ਸੰਗਤ ਇਹ ਜਿਹੜਾ ਜਥੇਦਾਰ ਸਿੰਘ ਹੈ ਉਹ ਸਿਮਰਨ ਕਰ ਰਹੇ ਸਨ, ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਸਨ। ਉਸ ਸਮੇਂ ਦੇ ਦੌਰਾਨ ਦਰਵਾਜ਼ਾ ਖੜਕਣ ਲੱਗ ਪਿਆ, ਠੋਕਰਾਂ ਪੈਣ ਲੱਗ ਪਈਆਂ, ਜਿਵੇਂ ਕੋਈ ਦਰਵਾਜ਼ੇ ਨੂੰ ਬਾਹਰੋਂ ਖੜਕਾਉਂਦਾ ਹੋਵੇ। ਸਿੰਘ ਜੀ ਉੱਠੇ, ਸਾਵਧਾਨ ਹੋਏ, ਬੂਹਾ ਖੋਲ੍ਹਿਆ ਤੇ ਵੇਖਿਆ ਬੜਾ ਵਿਕਰਾਲ ਭਿਆਨਕ ਸ਼ਕਲ ਵਾਲਾ ਇੱਕ ਪ੍ਰੇਤ, ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਤੇ ਚੰਦ ਦੀ ਚਾਨਣੀ ਦੇ ਵਿੱਚ ਉਹਦਾ ਇਹ ਸਾਰਾ ਰੂਪ ਸਾਫ਼ ਦਿਖਾਈ ਦੇ ਰਿਹਾ ਸੀ। ਉਹਨੂੰ ਵੇਖਿਆ, ਪਰ ਉਹ ਜਿਹੜਾ ਗੁਰੂ ਦਾ ਸਿੰਘ ਹੈ ਨਾ, ਸਾਧ ਸੰਗਤ ਤੋਂ ਡਰਿਆ ਨਹੀਂ। ਉਹਨੇ ਉਹਨੂੰ ਪੁੱਛਿਆ ਵੰਗਾਰ ਕੇ, ਤੂੰ ਕੌਣ ਹੈ? ਉਹ ਜਿਹੜਾ ਪ੍ਰੇਤ ਸੀ, ਉਹਨੇ ਅੱਗੋਂ ਬੜੀ ਝੀਣੀ ਰੁਦਨ ਆਵਾਜ਼ ਦੇ ਵਿੱਚ ਜਵਾਬ ਦਿੱਤਾ, ਵਿਕਰਾਲ ਰੂਪ ਉਸ ਪ੍ਰੇਤ ਨੇ, ਵੀ ਮੈਂ ਇਸ ਮਕਾਨ ਦਾ ਮਾਲਕ ਹਾਂ। ਸਦੀਆਂ ਹੋ ਗਈਆਂ ਮੈਂ ਮਰ ਚੁੱਕਾ ਤੇ ਪਰ ਮੇਰੇ ਭਾਗਾਂ ਦੇ ਵਿੱਚ ਮੁਕਤੀ ਨਹੀਂ ਲਿਖੀ ਤੇ ਮੈਂ ਮੁਕਤ ਨਹੀਂ ਹੋ ਸਕਿਆ, ਇਸ ਤਰ੍ਹਾਂ ਪ੍ਰੇਤ ਬਣ ਗਿਆ। ਵੇਖੋ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ ਕਿ ਅੰਤਕਾਲ ਜੋ ਮੰਦਰ ਸਿਮਰੈ। ਮੰਦਰ ਦਾ ਮਤਲਬ ਹੁੰਦਾ ਸਾਧ ਸੰਗਤ ਟਿਕਾਣਾ, ਇੱਥੇ ਅਰਥ ਨਿਕਲੇਗਾ ਮੰਦਰ ਦਾ ਘਰ। ਮਹਿਲ ਮਾੜੀਆਂ ਜਿਹੜੀਆਂ ਮਨੁੱਖ ਨੇ ਬਣਾਈਆਂ, ਜਿਹੜਾ ਅੰਤ ਦੇ ਵੇਲੇ, ਅੰਤ ਸਮੇਂ ਜਿਹੜਾ ਉਹਨਾਂ ਨੂੰ ਚੇਤੇ ਕਰਦਿਆਂ ਜਿਹਦੀ ਆਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਜਿਹਦਾ ਧਿਆਨ ਅੰਤ ਦੇ ਵੇਲੇ ਆਪਣੇ ਮਕਾਨ ਵਿੱਚ ਰਹਿ ਜਾਂਦਾ ਹੈ, ਉਹਨੂੰ ਮਹਾਰਾਜ ਨੇ ਬਾਣੀ ਵਿੱਚ ਆਖਿਆ ਉਹ ਪ੍ਰੇਤ ਬਣ ਕੇ ਫਿਰ ਉਸ ਮਕਾਨ ਵਿੱਚ ਹੀ ਬਹੁਤ ਲੰਮਾ ਸਮਾਂ ਵਾਸਾ ਪਾਉਂਦਾ ਹੈ। ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਨੂੰ ਉਹ ਪ੍ਰੇਤ ਮਿਲਿਆ ਤੇ ਉਹਨੇ ਸਾਧ ਸੰਗਤ ਇਹ ਆਖਿਆ, ਮੈਂ ਬੜੇ ਲੰਮੇ ਸਮੇਂ ਤੋਂ ਦੁੱਖ ਭੋਗ ਰਿਹਾ, ਸਦੀਆਂ ਹੋ ਗਈਆਂ ਮੈਨੂੰ ਮਰੇ ਨੂੰ, ਪਰ ਮੈਂ ਮੁਕਤ ਨਹੀਂ ਹੋ ਸਕਿਆ। ਇੰਨੇ ਦੁੱਖ ਨੇ ਮੈਥੋਂ ਦੱਸੇ ਨਹੀਂ ਜਾਂਦੇ ਤੇ ਇਸ ਮਕਾਨ ਦੀ ਚਾਰ ਦੀਵਾਰੀ ਦੇ ਵਿੱਚ ਮੈਂ ਕੈਦ ਹਾਂ। ਸਾਧ ਸੰਗਤ ਇਸ ਤਰ੍ਹਾਂ ਦੇ ਨਾਲ ਉਹਦੇ ਉੱਤੇ ਇਹ ਕਿਰਪਾ ਹੋ ਗਈ। ਉਹ ਘਗਿਆਇਆ, ਉਹਨੇ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਏ ਮੇਰੇ ਮਕਾਨ ਦੇ ਅੰਦਰ। ਸਿੰਘ ਆਏ, ਤੁਸੀਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਨ ਵਾਲੇ, ਤੇ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਪਰਉਪਕਾਰ ਕਰੋ। ਕਲਯੁਗ ਦੇ ਵਿੱਚ ਬਾਣੀ ਤੋਂ ਬਿਨਾਂ ਕੋਈ ਤਰੀਕਾ ਨਹੀਂ ਜਿਹਦੇ ਨਾਲ ਛੁੱਟਿਆ ਜਾ ਸਕਦਾ ਹੋਵੇ, ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੋਵੇ, ਤੇ ਮੇਰੇ ਤੇ ਮਿਹਰ ਕਰਕੇ ਅਖੰਡ ਪਾਠ ਸਾਹਿਬ ਕਰ ਦਿਓ। ਤੇ ਉਹਨੇ ਇਹ ਵੀ ਆਖਿਆ ਵੀ ਦੇਗ ਬਣਾਇਓ, ਮੇਰੇ ਨਿਮਿਤ ਲੰਗਰ ਲਾਇਓ, ਜਗ ਰਚਿਓ, ਯਕੀਨਨ ਮੇਰਾ ਇਸ ਜੂਨੀ ਤੋਂ ਛੁਟਕਾਰਾ ਹੋ ਜਾਏਗਾ, ਮੇਰੀ ਕਲਿਆਣ ਹੋ ਜਾਏਗੀ। ਉਹ ਜਿਹੜਾ ਜਥੇਦਾਰ ਸਿੰਘ ਸੀ ਨਾ, ਇਉਂ ਲਿਖਿਆ ਕਿ ਉਹਨੇ ਬੜਾ ਤਰਸ ਖਾ ਕੇ ਉਹਨੂੰ ਆਖਿਆ ਕਿ ਠੀਕ ਹੈ, ਤੇਰੀ ਹਾਲਤ ਤੇ ਬੜਾ ਤਰਸ ਆਉਂਦਾ, ਬੜਾ ਰਹਿਮ ਆਉਂਦਾ, ਅਸੀਂ ਤੇਰਾ ਭਲਾ ਕਰਨ ਦੇ ਵਾਸਤੇ ਤਿਆਰ ਹਾਂ,
ਸਿੰਘ ਨੇ ਕਿਹਾ, ਪਰ ਗੱਲ ਇਹ ਹੈ ਕਿ ਸਾਨੂੰ ਮੁਸ਼ਕਲ ਇਸ ਗੱਲ ਵਿੱਚ ਹੈ ਕਿ ਜਿਹੜੇ ਜਥੇ ਦੇ ਸਿੰਘ ਨੇ ਉਹ ਸਾਰੇ ਬਿਹੰਗਮੀ ਵਿਵੇਕੀ ਸਿੰਘ ਨੇ। ਅਖੰਡ ਪਾਠ ਸਾਹਿਬ ਦੀ ਸਮੱਗਰੀ ਦੇ ਲਈ ਦੇਗ ਤੇ ਲੰਗਰ ਵਾਸਤੇ ਮਾਇਆ ਸਾਡੇ ਕੋਲ ਨਹੀਂ ਹੈ, ਤੇ ਤੂੰ ਕਹਿੰਦਾ ਜੱਗ ਵੀ ਰਚਿਆ ਜਾਏ, ਤੇਰੀ ਇਹ ਇੱਛਾ ਵੀ ਹੈ, ਪਰ ਤੇਰੀ ਰੁਚੀ ਤਾਂ ਪੂਰਨ ਹੋ ਸਕਦੀ ਹੈ ਜੇ ਕੋਲ ਮਾਇਆ ਹੋਵੇ। ਇਹ ਗੱਲ ਸੁਣ ਕੇ ਉਹਨੇ ਪ੍ਰੇਤ ਨੇ ਆਖਿਆ, ਮੈਨੂੰ ਪਤਾ ਇਸ ਗੱਲ ਦਾ ਕਿ ਤੁਹਾਡੇ ਕੋਲ ਪੈਸੇ ਨਹੀਂ ਹਨ, ਤੁਹਾਡੇ ਕੋਲ ਮਾਇਆ ਨਹੀਂ ਹੈ, ਪਰ ਮਾਇਆ ਤੁਹਾਡੇ ਗੁਰਸਿੱਖਾਂ ਦੇ ਚਰਨਾਂ ਦੀ ਦਾਸੀ ਹੈ। ਮੇਰੀ ਮਕਾਨ ਦੇ ਵਿੱਚ ਬਹੁਤ ਮਾਇਆ, ਜਿੰਨੀ ਚਾਹੋ ਆਪ ਖੋਦ ਕੇ ਕੱਢ ਸਕਦੇ ਹੋ, ਪਰ ਆਪ ਨੂੰ ਕੋਈ ਚਾਹਨਾ ਨਹੀਂ। ਕੇਵਲ ਮੇਰੇ ਕਲਿਆਣ ਵਾਸਤੇ ਤੁਸੀਂ ਸਮਾਗਮ ਨੂੰ ਰਚਣ ਦੇ ਲਈ ਫਲਾਣੇ ਫਲਾਣੇ ਖੂੰਜੇ ਦੇ ਵਿੱਚ 500 ਦਮੜੇ ਦੇਗ ਜੀ ਦੇ ਵਿੱਚ ਪਏ ਨੇ, ਬੰਦ ਕਰਕੇ ਮੈਂ ਦੱਬੇ ਹੋਏ ਸਨ, ਉਹ ਕੱਢ ਲਓ ਤੇ ਦਿਨ ਚੜ੍ਹਦੇ ਨੂੰ ਅਖੰਡ ਪਾਠ ਸਾਹਿਬ ਮੇਰੀ ਕਲਿਆਣ ਦੇ ਵਾਸਤੇ ਤੁਸੀਂ ਸ਼ੁਰੂ ਕਰੋ। ਉਹਨੇ ਇਹ ਵੀ ਕਿਹਾ ਜਾਣ ਤੋਂ ਪਹਿਲਾਂ ਕਿ ਇਸ ਤਰ੍ਹਾਂ ਨਾਲ ਆਲੇ ਦੇ ਵਿੱਚ ਮੇਰੇ ਨਿਮਿੱਤ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਤੋਂ ਉਪਰੰਤ ਮੇਰਾ ਛੰਦਾ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਉਹ ਤੁਸਾਂ ਕੌਲੇ 'ਚ ਪਾ ਕੇ ਉਸ ਆਲੇ ਦੇ ਵਿੱਚ ਰੱਖ ਦੇਣਾ, ਜਿੰਦਰਾ ਮਾਰ ਦੇਣਾ ਨਿਸੰਗ ਹੋ ਕੇ। ਜਿਸ ਵਕਤ ਦੇਗ ਵਰਤ ਜਾਏ, ਲੰਗਰ ਸਾਰੀ ਸੰਗਤ ਵਿੱਚ ਵਰਤ ਜਾਣ, ਸਾਰੀ ਸਮਾਪਤੀ ਤੋਂ ਬਾਅਦ ਫਿਰ ਤੁਸਾਂ ਨੇ ਉਹ ਆਲਾ ਖੋਲ੍ਹ ਕੇ ਵੇਖਣਾ। ਜੇ ਉਹ ਆਲੇ ਦੇ ਵਿੱਚ ਪਿਆ ਹੋਇਆ ਜਿਹੜਾ ਮੇਰਾ ਛਾਂਦਾ ਮੈਨੂੰ ਪ੍ਰਾਪਤ ਹੋ ਗਿਆ, ਭਾਵ ਉਹ ਕੌਲਾ ਖਾਲੀ ਦਿਸਿਆ ਤੁਹਾਨੂੰ, ਤੇ ਤੁਸੀਂ ਸਮਝ ਲੈਣਾ ਮੈਨੂੰ ਗੱਫਾ ਮਿਲ ਗਿਆ ਤੇ ਮੇਰੀ ਕਲਿਆਣ ਹੋ ਗਈ ਹੈ। ਤੇ ਜੇ ਜਿਉਂ ਦਾ ਤਿਉਂ ਪਿਆ ਰਿਹਾ ਕੜਾ ਪ੍ਰਸ਼ਾਦ ਦਾ ਗੱਫਾ, ਫਿਰ ਸਮਝ ਲੈਣਾ ਮੇਰੀ ਕਲਿਆਣ ਨਹੀਂ ਹੋਈ। ਇਹ ਸਾਰੀ ਬੇਨਤੀ ਕਰਕੇ ਇਹ ਸਾਧ ਸੰਗਤ ਗੱਲਾਂ ਕੁਝ ਜਿਹੜੀਆਂ ਗੁਪਤ ਸਨ ਉਹ ਵੀ ਦੱਸ ਕੇ ਉਹ ਅਲੋਪ ਹੋ ਗਿਆ। ਦਿਨ ਚੜ੍ਹਦੇ ਨੂੰ ਸਾਰੀ ਇਹ ਵਾਰਤਾ ਜਿਹੜੀ ਸੀ ਸੰਗਤ ਵਿੱਚ ਦੱਸੀ, ਸਿੰਘਾਂ ਵਿੱਚ ਦੱਸੀ ਜਥੇਦਾਰ ਸਿੰਘ ਨੇ। ਫਿਰ ਉਸ ਤਰ੍ਹਾਂ ਨਾਲ ਉਹਦੇ ਦੱਸੇ ਹੋਏ ਮੁਤਾਬਕ ਖੂੰਜਾ ਪੁੱਟਿਆ। ਉਹ ਖੂੰਜੇ ਦੇ ਵਿੱਚੋਂ ਸੱਚਮੁੱਚ ਦੇਗਚੀ ਨਿਕਲ ਆਈ ਜਿਹਦੇ ਵਿੱਚ ਦਮੜੇ ਸਨ। ਫਿਰ ਉਹਦੇ ਨਾਲ ਅਖੰਡ ਪਾਠ ਸਾਹਿਬ ਦੀ ਸਮੱਗਰੀ ਖਰੀਦੀ ਗਈ ਤੇ ਸਾਧ ਸੰਗਤ ਲੰਗਰ ਵਾਸਤੇ ਖੁੱਲ੍ਹਾ ਸਮਾਨ ਖਰੀਦਿਆ ਗਿਆ। ਤੇ ਇਸ ਤਰ੍ਹਾਂ ਨਾਲ ਸਾਰੇ ਕਸਬੇ ਦੇ ਵਿੱਚ ਧੁੰਮ ਪੈ ਗਈ। ਸਾਰੇ ਹੈਰਾਨ ਹੋ ਗਏ। ਹੈਰਾਨ ਇਸ ਕਰਕੇ ਹੋਏ ਵੀ ਇਹ ਮਕਾਨ ਦੇ ਵਿੱਚ ਤੇ ਕੋਈ 2 ਘੜੀਆਂ ਵੀ ਨਹੀਂ ਸੀ ਕੱਟ ਸਕਦਾ, ਪਰ ਇਹ ਤੇ ਦੁਹਾਈ ਮੱਚ ਗਈ ਇਸ ਕਰਕੇ ਕਿ ਇਹ ਕੌਤਕ ਹੀ ਹੋ ਗਿਆ। ਗੁਰੂ ਦੇ ਸਿੰਘਾਂ ਨੇ ਤੇ ਉਲਟੀ ਗੰਗਾ ਵਹਾ ਦਿੱਤੀ, ਉਲਟੀ ਰਚਨਾ ਹੀ ਰਚ ਦਿੱਤੀ ਹੈ ਤੇ ਅਖੰਡ ਪਾਠ ਸਾਹਿਬ ਕਰਨ ਲੱਗੇ ਨੇ। ਖੈਰ ਇਸ ਤਰ੍ਹਾਂ ਨਾਲ ਅਖੰਡ ਪਾਠ ਸਾਹਿਬ ਤੇ ਜਪਜੀ ਸਾਹਿਬ ਦਾ ਪਾਠ ਅਣਡਿੱਠੀ ਦੁਨੀਆ 'ਚ ਲਿਖਿਆ ਹੋਇਆ ਸਾਧ ਸੰਗਤ, ਨਾਲ ਜਪਜੀ ਸਾਹਿਬ ਦਾ ਜਾਪ ਤਿਆਰ ਬਰ ਤਿਆਰ ਸਿੰਘ। ਇਸ਼ਨਾਨ ਕੀਤੇ ਸਾਰਿਆਂ ਨੇ, ਕੇਸੀ ਇਸ਼ਨਾਨ, ਬਸਤਰ ਸਾਰਿਆਂ ਦੇ ਧੁਆਏ ਗਏ। ਅਖੰਡ ਪਾਠ ਸਾਹਿਬ ਆਰੰਭ ਹੋ ਗਿਆ। ਅਖੰਡ ਪਾਠ ਸਾਹਿਬ ਆਰੰਭ ਹੋਏ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਇਸ ਮਕਾਨ ਦਾ ਜਿਹੜਾ ਮਕਾਨ ਦਾ ਮਾਲਕ ਜੋ ਨਾਮ ਨਾ ਜਪਣ ਕਰਕੇ ਤੇ ਗਰੀਬ ਨਵਾਜ ਪ੍ਰੇਤ ਜੂਨ ਵਿੱਚ ਪਿਆ ਹੋਇਆ, ਉਹਦੇ ਉਧਾਰ ਦੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਅਸੀਂ ਆਰੰਭ ਕਰਨ ਲੱਗੇ ਹਾਂ। ਤੁਸੀਂ ਆਪ ਰਹਿਮਤ ਕਰਕੇ ਸੇਵਾ ਕਰਾ ਲਓ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਦਾ ਪ੍ਰੇਤ ਜੂਨੀ ਦੇ ਵਿੱਚੋਂ ਉਧਾਰ ਕਰੋ। ਸਾਧ ਸੰਗਤ ਜਦੋਂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਦ ਮੱਧ ਤੇ ਫਿਰ ਅੰਤ ਨੂੰ ਸੰਪੂਰਨ ਹੋਏ ਤੇ ਫਿਰ ਉਸ ਪ੍ਰੇਤ ਦੇ ਕਲਿਆਣ ਦੇ ਨਿਮਿਤ ਬੇਨਤੀ ਕੀਤੀ। ਕੜਾ ਪ੍ਰਸ਼ਾਦ ਦੇ ਖੂਬ ਗਹਿਰੇ ਛਾਂਦੇ ਵਰਤਾਏ ਗਏ, ਲੰਗਰ ਵਰਤਾਏ ਗਏ। ਤੇ ਸਾਧ ਸੰਗਤ ਜਦੋਂ ਤੁਹਾਨੂੰ ਪਤਾ ਹੈ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਭੋਗਾਂ ਤੋਂ ਉਪਰੰਤ ਅਰਦਾਸ ਕਰਕੇ ਜਦੋਂ ਹੁਕਮਨਾਮਾ ਸਾਹਿਬ ਲਾਇਆ ਗਿਆ ਨਾ, ਮਹਾਰਾਜ ਸਾਹਿਬ ਜੀ ਦੇ ਬਚਨ ਪ੍ਰਾਪਤ ਕੀਤੇ ਗਏ। ਤੇ ਜਿਹੜਾ ਮਹਾਰਾਜ ਨੇ ਦਰਗਾਹੀ ਹੁਕਮ ਬਖਸ਼ਿਸ਼ ਕੀਤਾ ਉਸ ਵਕਤ ਉਹ ਸਾਧ ਸੰਗਤ ਹੁਕਮਨਾਮਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਯਕੀਨ ਹੋਇਆ ਕਿ ਕੋਈ ਵਿਘਨ ਪੈ ਗਿਆ ਹੈ ਤੇ ਕਲਿਆਣ ਦੇ ਵਿੱਚ ਕੋਈ ਕਸਰ ਰਹਿ ਗਈ ਹੈ, ਕਲਿਆਣ ਨਹੀਂ ਹੋ ਸਕੀ।
ਇਹ ਖਾਸ ਖਾਸ ਸਿੰਘਾਂ ਦੀ ਗੱਲ ਨੂੰ ਤੇ ਗੱਲ ਸਮਝ ਵਿੱਚ ਪਈ, ਪਰ ਆਮ ਸਿੰਘਾਂ ਨੇ ਇਹਦੇ ਉੱਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਪਰ ਹੈ ਜਿਹੜਾ ਮਹਾਰਾਜ ਦਾ ਬਚਨ ਹੈ ਨਾ, ਉਹ ਬਿਲਕੁਲ ਯਥਾਰਥ ਹੈ, ਸੱਚ ਹੁੰਦਾ ਹੈ। ਹਰ ਇੱਕੋ ਸ਼ਰਤ ਹੈ ਕਿ ਹੁਕਮਨਾਮਾ ਸਾਹਿਬ ਵਿਧੀ ਦੇ ਨਾਲ ਲਿਆ ਜਾਏ। ਮੈਂ ਤੁਹਾਡੇ ਚਰਨਾਂ 'ਚ ਬੜੀ ਵਾਰਾਂ ਬੇਨਤੀ ਕੀਤੀ ਹੈ, ਜਿਹੜਾ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਦਰਸ਼ਨ ਦੇ ਕੇ ਸਮਝਾਇਆ ਸੀ ਕਿ ਹੁਕਮਨਾਮਾ ਸਾਹਿਬ ਕਿੱਦਾਂ ਲੈਣਾ ਚਾਹੀਦਾ ਹੈ। ਉਹ ਸਾਧ ਸੰਗਤ ਹੁਕਮਨਾਮਾ ਸਾਹਿਬ ਲੈਣ ਦੀ ਮਰਿਆਦਾ, ਜੋ ਵਿਧੀ, ਜੋ ਢੰਗ ਹੈ, ਉਹ ਸੇਕ ਨੇ ਜਾਂ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ। ਖੈਰ ਸਾਧ ਸੰਗਤ ਜੀ ਫਿਰ ਵੇਖਿਆ ਆਲੇ ਦੇ ਵਿੱਚ ਕੜਾ ਪ੍ਰਸ਼ਾਦ ਉਸੇ ਤਰ੍ਹਾਂ ਪਿਆ ਹੋਇਆ ਸੀ। ਫਿਰ ਸਿੰਘਾਂ ਨੇ ਇਹ ਮਤਾ ਪਾਇਆ ਆਪਸ ਵਿੱਚ ਬੈਠ ਕੇ ਕਿ ਜ਼ਰੂਰ ਕੋਈ ਵਿਘਨ ਪੈ ਗਿਆ, ਪ੍ਰੇਤ ਦਾ ਕਲਿਆਣ ਨਹੀਂ ਹੋ ਸਕਿਆ, ਤੇ ਇਸ ਕਰਕੇ ਸਾਰਿਆਂ ਨੇ ਸੰਮਤੀ ਦੇ ਨਾਲ ਇਹ ਸਲਾਹ ਕੀਤੀ ਵੀ ਅਗਾਂਹ ਆਪਾਂ ਅਜੇ ਚਾਲੇ ਨਹੀਂ ਪਾਉਣੇ, ਤੇ ਜਥਾ ਇੱਕ ਰਾਤ ਹੋਰ ਮਕਾਨ ਦੇ ਵਿੱਚ ਵਿਸਰਾਮ ਕਰੇਗਾ। ਤੇ ਜਥੇਦਾਰ ਸਾਹਿਬ ਨੇ ਇਹ ਬਚਨ ਆਖਿਆ ਵੀ ਜ਼ਰੂਰ ਜੇ ਉਹਦੀ ਕਲਿਆਣ ਨਹੀਂ ਹੋਈ ਤੇ ਉਹ ਫਿਰ ਪ੍ਰੇਤ ਆਵੇਗਾ, ਆਪਣੇ ਬਾਰੇ ਦੱਸੇਗਾ ਕਿ ਉਧਾਰ ਕਿਉਂ ਨਹੀਂ ਹੋਇਆ। ਇਸ ਤਰ੍ਹਾਂ ਨਾਲ ਮਾਲਕ ਦੀ ਕਿਰਪਾ ਸਦਕਾ ਰਾਤ ਨੂੰ ਟਿਕਾਣੇ ਕੀਤੇ। ਉਸੇ ਵਕਤ ਰਾਤ ਨੂੰ ਫਿਰ ਦਰਵਾਜ਼ਾ ਖੜਕਿਆ, ਦਰਵਾਜ਼ਾ ਖੋਲ੍ਹਿਆ। ਜਦੋਂ ਬੂਹਾ ਖੋਲ੍ਹਿਆ ਤੇ ਉਹ ਜਿਹੜਾ ਪ੍ਰੇਤ ਸੀ ਨਾ, ਇਉਂ ਲਿਖਿਆ ਵੀ ਪਹਿਲਾਂ ਵਾਂਗ ਵਿਕਰਾਲ ਰੂਪ ਦੇ ਵਿੱਚ ਨਹੀਂ ਸੀ, ਨਾ ਹੀ ਉਹ ਕੰਬ ਰਿਹਾ ਸੀ। ਤੇ ਜਥੇਦਾਰ ਸਿੰਘ ਨੇ ਉਹਨੂੰ ਸਵਾਲ ਪੁੱਛਿਆ, ਪ੍ਰੇਤ ਕਿਵੇਂ ਹੋਈ, ਕੀ ਗੁਜ਼ਰੀ, ਦੱਸ ਸਾਨੂੰ। ਤੇ ਉਹਨੇ ਅਧੀਨਗੀ ਦੇ ਨਾਲ ਬੇਨਤੀ ਕੀਤੀ ਵੀ ਇੱਕ ਅਖੰਡ ਪਾਠ ਸਾਹਿਬ ਮੇਰੀ ਨਿਮਿਤ ਹੋਰ ਕਰੋ, ਥੋੜ੍ਹੀ ਕਸਰ ਰਹਿ ਗਈ ਹੈ, ਮੇਰੀ ਬਦਕਿਸਮਤੀ ਕਰਕੇ ਇਹ ਕਸਰ ਰਹਿ ਗਈ, ਹੋਰ ਕਿਸੇ ਦਾ ਕੋਈ ਕਸੂਰ ਨਹੀਂ। ਮੈਨੂੰ ਯਕੀਨ ਹੈ ਕਿ ਮੇਰੀ ਇਹ ਬਦਕਿਸਮਤੀ ਜੇ ਤੁਸੀਂ ਇੱਕ ਹੋਰ ਹੰਬਲਾ ਮਾਰ ਦਿਓ ਤੇ ਦੂਰ ਹੋ ਜਾਏਗੀ, ਮੇਰੀ ਕਲਿਆਣ ਹੋ ਜਾਏਗੀ। ਬੜੀ ਉਹਨੇ ਨਿਮਰਤਾ ਨਾਲ ਬੇਨਤੀ ਕੀਤੀ। ਫਿਰ ਜਥੇਦਾਰ ਨੇ ਪੁੱਛਿਆ, ਜਥੇਦਾਰ ਸਿੰਘ ਨੇ, ਵੀ ਆਖਰ ਕਸਰ ਕੀ ਰਹਿ ਗਈ, ਤੈਨੂੰ ਕੀ ਜਾਪਦਾ, ਤੂੰ ਦੱਸ। ਫਿਰ ਉਹਨੇ ਅੱਗੋਂ ਆਖਿਆ, ਅਖੰਡ ਪਾਠੀਆਂ ਦੇ ਵਿੱਚ ਫਲਾਣੇ ਫਲਾਣੇ ਸਿੰਘ ਦਾ ਇੱਕ, ਫਲਾਣੇ ਫਲਾਣੇ ਨਾਮ ਦਾ ਇੱਕ ਸਿੰਘ ਹੈ, ਉਹ ਆਪਣੀ ਰੋਲ ਲਾ ਕੇ ਨਾ ਅਖੰਡ ਪਾਠ ਸਾਹਿਬ ਦੀ ਤੇ ਜਾ ਕੇ ਸੌਂ ਗਿਆ। ਜਦੋਂ ਵਿਸ਼ਰਾਮ ਕਰ ਰਹੇ ਸਨ ਤੇ ਕਿਸੇ ਕਾਰਨ ਕਰਕੇ ਉਸ ਤੋਂ ਬਾਅਦ ਤੀਸਰੀ ਰੋਲ ਜਦੋਂ ਆਈ ਤੇ ਉਹਨੂੰ ਫਿਰ ਜਗਾ ਦਿੱਤਾ। ਤੇ ਉਹਨੇ ਸਾਧ ਸੰਗਤ ਫਿਰ ਕਹਿੰਦੇ ਜਾਗਣ ਤੋਂ ਬਾਅਦ ਇਹ ਸੋਚਿਆ ਕਿ ਮੈਦਾਨ ਆਦਿਕ ਜੰਗਲ ਪਾਣੀ ਤੇ ਮੈਂ ਗਿਆ ਨਹੀਂ, ਇਸ ਕਰਕੇ ਇਸ਼ਨਾਨ ਕੀ ਕਰਨਾ ਹੈ। ਉਹਨੇ 5 ਇਸ਼ਨਾਨਾਂ ਕੀਤਾ ਕਾਹਲੀ ਦੇ ਨਾਲ। ਉਸ ਤੋਂ ਬਾਅਦ ਉਹ ਆ ਕੇ ਅਖੰਡ ਪਾਠ ਸਾਹਿਬ ਕਰਨ ਲੱਗ ਪਿਆ ਮਹਾਰਾਜ ਦੀ ਹਜ਼ੂਰੀ 'ਚ। ਉਸੇ ਤਰ੍ਹਾਂ ਪਲੀਤ ਦਸ਼ਾ ਦੇ ਵਿੱਚ ਬਹਿ ਗਿਆ। ਸਾਧ ਸੰਗਤ ਇਹ ਪਲੀਤ ਦਸ਼ਾ ਪਤਾ ਕਿਉਂ ਲਿਖਿਆ, ਅੱਗੇ ਲਿਖਿਆ ਹੈ ਵੀ ਉਹ ਜਦੋਂ ਸੁੱਤਾ, ਉਹ 4 ਘੰਟੇ ਦਾ ਸਮਾਂ, ਉਸ ਦੌਰਾਨ ਉਹਨੂੰ ਸੁਪਨ ਦੋਸ਼ ਹੋ ਗਿਆ, ਉਹਦਾ ਜਾਣੀ ਬੀਰਜਪਾਤ ਹੋ ਗਿਆ, ਜਿਹਨੂੰ ਅੰਗਰੇਜ਼ੀ ਦੇ ਵਿੱਚ ਨਾਈਟਫਾਲ ਕਹਿੰਦੇ ਨੇ। ਇਹ ਮੈਂ ਸਾਧ ਸੰਗਤ ਗੁਸਤਾਖੀ ਤਾਂ ਕੀਤੀ ਹੈ ਆਪ ਜੀ ਦੇ ਸਾਹਮਣੇ ਆ ਬੋਲਣ ਦੀ ਬਚਨ, ਕਿਉਂਕਿ ਉਹ ਅਣਡਿੱਠੀ ਦੁਨੀਆ ਵਿੱਚ ਬਚਨ ਲਿਖੇ ਹੋਏ ਨੇ ਤਾਂ ਕਿ ਸਪਸ਼ਟੀਕਰਨ ਹੋ ਜਾਏ, ਗੱਲ ਸਪਸ਼ਟ ਹੋ ਜਾਏ। ਮੈਨੂੰ ਤਾਂ ਬੋਲਣਾ ਪਿਆ, ਮਾਫੀ ਚਾਹੁੰਦਾ। ਬੀਰਜਪਾਤ ਹੋ ਗਿਆ। ਸਾਧ ਸੰਗਤ ਤੋਂ ਇਸ ਗੱਲ ਦਾ ਉਹਨੂੰ ਨਹੀਂ ਪਤਾ ਲੱਗਾ, ਇਹ ਪ੍ਰੇਤ ਦੱਸ ਰਿਹਾ ਹੈ। ਜਦੋਂ ਇਸ ਤਰ੍ਹਾਂ ਨਾਲ ਸਾਧ ਸੰਗਤ, ਉਹਨੇ ਕਿਹਾ ਪੂਰਾ ਫਲ ਨਹੀਂ ਮਿਲਿਆ ਅਖੰਡ ਪਾਠ ਸਾਹਿਬ ਦਾ, ਕਲਿਆਣ ਮੇਰੀ ਜਿਹੜੀ ਸੀ ਉਹਦੇ ਵਿੱਚ ਹੋਣ ਵਿੱਚ ਇਹ ਵਿਘਨ ਪੈ ਗਿਆ। ਫਿਰ ਉਹਨੇ ਆਖਿਆ ਵੀ ਤੁਸੀਂ ਇਹਦੇ ਵਿੱਚ ਸਿੰਘ ਨੂੰ ਨਹੀਂ ਕੋਈ ਦੋਸ਼, ਉਹਨੂੰ ਪਤਾ ਨਹੀਂ ਸੀ, ਇੱਕ ਮੇਰੇ ਲਈ ਅਖੰਡ ਪਾਠ ਸਾਹਿਬ ਹੋਰ ਕਰ ਦਿਓ। ਜਥੇਦਾਰ ਸਿੰਘ ਨੂੰ ਉਹਨੇ ਕਿਹਾ ਕਿ ਇਸੇ ਤਰ੍ਹਾਂ ਮਕਾਨ ਦੀ ਦੂਸਰੀ ਫਲਾਣੀ ਨੁੱਕਰ ਪੁੱਟਿਓ, ਉਹਦੇ ਵਿੱਚ ਇੱਕ ਦੇਗਚੀ, ਉਹਦੇ ਵਿੱਚ 500 ਰੁਪਈਆ ਹੋਰ ਪਿਆ ਹੈ, ਉਹ ਵੀ ਤੁਸੀਂ ਕੱਢ ਕੇ ਤੇ ਅਖੰਡ ਪਾਠ ਸਾਹਿਬ ਮੇਰੀ ਨਿਮਿਤ ਇੱਕ ਹੋਰ ਕਰੋ ਕਿਰਪਾ ਕਰਕੇ। ਇਸ ਤਰ੍ਹਾਂ ਘਗਿਆ ਕੇ ਬੇਨਤੀ ਕਰਦਾ ਹੋਇਆ ਉਹ ਪ੍ਰੇਤ ਚਲਾ ਗਿਆ। ਸਾਰੀ ਜਿਹੜੀ ਵਾਰਤਾ ਸੀ ਜਥੇਦਾਰ ਸਿੰਘ ਨੇ ਸਵੇਰ ਵੇਲੇ ਅਖੰਡ ਪਾਠੀ ਸਾਹਿਬ ਸਿੰਘਾਂ ਦੇ ਨਾਲ ਕੀਤੀ। ਫਿਰ ਸਾਰੇ ਜਥੇ ਦੇ ਵਿੱਚ ਇਹ ਗੱਲ ਨੂੰ ਸਾਂਝਿਆ ਕੀਤਾ
ਤੇ ਸਾਧ ਸੰਗਤ ਦੂਸਰੀ ਵਾਰ ਨੁੱਕਰ ਨੂੰ ਪੁੱਟਿਆ। ਉਥੋਂ ਜੋ ਦਮੜੇ ਨਿਕਲੇ, ਜੋ ਪੈਸੇ ਨਿਕਲੇ, ਉਹਨਾਂ ਦੇ ਨਾਲ ਦੂਜੀ ਵਾਰਾਂ ਅਖੰਡ ਪਾਠ ਸਾਹਿਬ ਕੀਤਾ ਗਿਆ। ਗੱਲ ਕੀ ਸਾਧ ਸੰਗਤ ਮਾਲਕ ਦੀ ਕਿਰਪਾ ਦੇ ਸਦਕਾ ਜਦੋਂ ਦੂਸਰੀ ਵਾਰ ਅਖੰਡ ਪਾਠ ਸਾਹਿਬ ਕੀਤੇ, ਉਸ ਪ੍ਰੇਤ ਦੇ ਉਧਾਰ ਦੇ ਨਿਮਿਤ ਖੁਸ਼ੀਆਂ ਭਰੇ ਹੁਕਮਨਾਮਾ ਸਾਹਿਬ ਪ੍ਰਾਪਤ ਹੋਏ। ਤੇ ਫਿਰ ਉਸ ਪ੍ਰੇਤ ਦੇ ਲਈ ਆਲੇ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੇ ਗੱਫੇ ਰੱਖੇ ਗਏ। ਤੇ ਸਾਧ ਸੰਗਤ ਉਸ ਤੋਂ ਬਾਅਦ ਉਹ ਜਿਹੜੇ ਗੱਫੇ ਸਨ ਕੜਾ ਪ੍ਰਸ਼ਾਦ ਦੇ, ਉੱਥੇ ਨਹੀਂ ਸਨ, ਜਾਣੀ ਉਹ ਲੇਖੇ ਲੱਗ ਚੁੱਕਾ ਸੀ। ਇਸ ਗੱਲ ਤੋਂ ਪ੍ਰਤੀਤ ਹੋ ਗਈ, ਨਿਸ਼ਚਾ ਹੋ ਗਿਆ ਕਿ ਪ੍ਰੇਤ ਜੂਨੀ ਦੇ ਵਿੱਚੋਂ ਉਹਦੀ ਬੰਦ ਖਲਾਸੀ ਹੋ ਗਈ। ਇਸ ਤਰ੍ਹਾਂ ਇਹ ਪਰਉਪਕਾਰ ਕਰਕੇ ਜਥੇ ਨੇ ਉੱਥੋਂ ਅੱਗੇ ਪਿਆਨੇ ਪਾ ਦਿੱਤੇ, ਅੱਗੇ ਚਾਲੇ ਪਾ ਦਿੱਤੇ। ਇਹ ਜਿਹੜੀ ਘਟਨਾ ਹੈ ਨਾ ਸਾਧ ਸੰਗਤ, ਇਹ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਪ੍ਰੇਤ ਜੂਨੀ ਹੈ। ਪਹਿਲੀ ਗੱਲ ਤੇ ਇਹ, ਕਿਉਂਕਿ ਜਥੇਦਾਰ ਸਿੰਘ ਨੇ ਉਹਨੂੰ ਆਪ ਪ੍ਰਤੱਖ ਦੇਖਿਆ। ਖੈਰ ਇਹ ਗੱਲ ਨੂੰ ਤੇ ਹੁਣ ਸਾਇੰਸ ਵੀ ਮੰਨ ਚੁੱਕੀ ਹੈ। ਦੂਜੀ ਗੱਲ ਇਹ ਹੈ ਕਿ ਸਾਧ ਸੰਗਤ ਅੰਤਕਾਲ ਜਦੋਂ ਪ੍ਰਾਣੀ ਦਾ ਧਿਆਨ ਜਿਸ ਤਰਫ ਨੂੰ ਚਲਾ ਜਾਂਦਾ ਹੈ, ਅੰਤ ਨੂੰ ਉਸੇ ਜੂਨੀ ਵਿੱਚ ਚਲਾ ਜਾਂਦਾ ਹੈ। ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਹਿਬ ਨੇ ਬਾਣੀ ਦੇ ਵਿੱਚ ਬਚਨ ਫਰਮਾਇਆ ਹੈ ਕਿ ਜਿਸ ਸਿਮਰਤ ਸਭ ਕਿਲ ਵਿਖਰ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਵੇਖੋ ਮਹਾਰਾਜ ਕਹਿੰਦੇ ਪਰਮਾਤਮਾ ਦੇ ਸਿਮਰਨ ਵਿੱਚ ਬੜੀ ਵੱਡੀ ਸ਼ਕਤੀ ਹੈ। ਜੋ ਖੁਦ ਆਪ ਨਾਮ ਜਪਦਾ ਉਹਦਾ ਉਧਾਰ ਹੋ ਜਾਂਦਾ ਹੈ, ਉਹਦੇ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਦੇ ਨਿਮਿਤ ਬਾਣੀ ਪੜ੍ਹਦੇ ਹਾਂ, ਉਹਨੂੰ ਪੂਰਾ ਫਲ ਮਿਲਦਾ ਹੈ। ਬਾਣੀ ਵਿੱਚ ਇੰਨੀ ਤਾਕਤ ਹੈ ਕਿ ਇਸ ਤਾਕਤ ਨੂੰ ਗਿਣਿਆ ਮਿਣਿਆ ਜਾਂ ਤੋਲਿਆ ਨਹੀਂ ਜਾ ਸਕਦਾ।